श्री हरि राय नमो कर जोरी, नमो कर जोरी। श्री हरि कृष्ण मनाऊं बहोरी, तेग बहादुर परम किरपाला, वाहिगुरु परम किरपाला। श्री गुरु गोबिंद सिंह बेसाला, तरों तरा पर पुन पुन शीशा, वाहिगुरु पुन पुन शीशा। बंदों बार बार जगदीशा, जिसमें है अमृत ज्ञान है, मानक भगत बैराग। श्री गुरु ग्रंथ साहिब उदत, बंदों कर अनुराग। एकंकारा सतगुरु, तेह प्रसाद सच होय। वाहिगुरु जी की फतेह है, विघ्न विनाशन। वाहिगुरु जी की फतेह है, विघ्न विनाशन। तेह बेला तैं चल कर आवा, जे को जागियो पाग सुहावा। जुगो जुग अटल शब्द गुरु। चबर छत्र तख्त दे मालक धन साहिब श्री गुरु ग्रंथ साहिब महाराज, तिन्हां दी बरकतमई पावन हजूरी अंदर सज बैठे गुरु सवारे गुरु प्यारे सतसंगी जनों, धनता दे योग हो सतगुरां दी मुबारक हजूरी अंदर बैठ के शुभ गुणां दी विचार सरवण करन दा सुभाग समा आप सरबत साध संगत नूं प्राप्त होया है। चल रही लड़ीवार श्री गुरप्रताप सूर्य ग्रंथ की कथा, जिस कथा विच धन गुरु नानक पातशाह महाराज जी दियां बाल लीलावां कौतक जो परोपकार साडे ते कीते ने, तिन्हां दी विचार आपां सरवण कर रहे हैं। कल दे दीवाना विच आप जी ने सरवण किया, धन गुरु नानक पातशाह महाराज रोजाना बाबा अपने पिता बाबा मेहता कालू जी तिन्हां दे कहण ते मझां गावां लैके जंगल दे विच जांदे ने। ते हुण समां इहो जिहा बणिया कि शरीर थकिया होया सी ते एक दरखत दी संघਣੀ छां, जिहदे थले जिहड़ा है सतगुरु जी सुंदर वस्त्र विछा के विश्राम करन लगे ने। अख लग गई है ते जदों सूरज घुमिया है, सूरज ने अपना जिहड़ी है दिशा बदली है, उहदे नाल नाल दरखत दी छां भी बदल गई है। ते हुण सुभाविक गल है, छां बदली है ते जिस जगह ते सतगुरु जी विश्राम कर रहे ने, उस जगह ते धुप आ गई है। दिन का जिहड़ा तीसरा पहर है, दोपहर का वेला है, गर्मी अतदी है। ते उत्थे फिर एक सप का जिक्र कवि संतोख सिंह जी ने किया है कि वह भी समझदा है कि मेरे भाग जाग पे ने कि मैनू जिहड़ा है सेवा करन दा मौका मिलिया है। ते सारा दृश्य राय बुलार जी अपनियां अखां दे नाल किवें वेखदे ने, किवें उन्हां दे अंदर गुरु प्रति शरधा भरोसा यकीन पैदा हुंदा है। आओ विचार दी आरंभता तो पहलां रसना करो पवित्र, प्यार सहित उचारण करो जी सतनाम श्री
सतनाम श्री वाहेगुरु साहिब जी। तेह बेला तैं चल कर आवा, जे को जागियो पाग सुहावा। जिस समय छप ने ਸਾਹ ਕੀਤੀ ਸੀ, ਆਪਣੀ ਫਨ ਖਿਲਾਰੀ ਹੋਈ ਸੀ ਗੁਰੂ ਸਾਹਿਬ ਜੀ ਦੇ ਉੱਪਰ। ਕਵੀ ਜੀ ਕਹਿੰਦੇ ਨੇ, ਹੁਣ ਰਾਏ ਬੁਲਾਰ ਇਹ ਸੋਚਦਾ ਹੈ ਕਿ ਮੇਰੇ ਭਾਗ ਜਾਗੇ ਨੇ। ਇੱਥੋਂ ਤੱਕ ਉਸ ਵੇਲੇ ਉਸ ਜਗ੍ਹਾ ਤੇ ਚੱਲ ਕੇ ਗੁਰੂ ਸਾਹਿਬ ਜੀ ਦੇ ਦੀਦਾਰ ਕਰਨ ਆਇਆ ਹੈ। ਅਨੀ ਤੁਰੰਗਮ ਸੰਗ ਸੁਰੰਗਾ, ਆਵੇ ਨਗਰੇ ਅੰਗ ਉਮੰਗਾ। ਉਹਦੇ ਨਾਲ ਫੌਜ ਵੀ ਹੈ, ਘੋੜੇ ਵੀ ਨੇ, ਆਪਣਾ ਪੂਰਾ ਜਿਹੜਾ ਫੌਜ ਦਾ ਦਸਤਾ ਲੈ ਕੇ ਉਹ ਤੁਰਿਆ ਹੈ ਤੇ ਆਪਣੇ ਨਗਰ ਨੂੰ ਜਿਹੜਾ ਹੈ ਬੜੇ ਉਤਸ਼ਾਹ ਦੇ ਨਾਲ ਆ ਰਿਹਾ ਸੀ। ਤੇ ਵਿੱਚ ਰਸਤੇ ਵਿੱਚ ਉਹਨੂੰ ਇਹ ਦੀਦਾਰ ਹੋਏ ਹਨ। ਦੇਖ ਨਾਗ ਕੋ ਕੇ ਅਨਮਾਨਾ, ਉਜਲ ਪਟ ਆਤਪ ਤੇ ਤਾਨਾ। ਨਾਗ ਨੂੰ ਵੇਖ ਕੇ ਇਹ ਅਨੁਮਾਨ ਲਾਇਆ ਕਿ ਧੁੱਪ ਤੋਂ ਬਚਣ ਵਾਸਤੇ ਕਿਸੇ ਨੇ ਚਿੱਟਾ ਕੱਪੜਾ ਆਪਣੇ ਉੱਤੇ ਤਾਣਿਆ ਹੋਇਆ ਹੈ। ਤੇ ਕੱਲ ਆਪਾਂ ਜਿਵੇਂ ਸਮਝਿਆ ਸੀ ਕਿ ਚਿੱਟੇ ਰੰਗ ਦਾ ਇਹ ਜਿਹੜਾ ਹੈ ਨਾਗ ਹੈ, ਜ਼ਿਕਰ ਕਵੀ ਜੀ ਨੇ ਸ਼ੇਸ਼ ਨਾਗ ਦਾ ਕੀਤਾ ਹੋਇਆ ਹੈ। ਤੇ ਕਵੀ ਜੀ ਕਹਿੰਦੇ ਨੇ ਕਿ ਰਾਏ ਬੁਲਾਰ ਦੂਰ ਤੋਂ ਇਹ ਅਨੁਮਾਨ ਲਾ ਰਿਹਾ ਹੈ, ਅੰਦਾਜ਼ਾ ਲਾ ਰਿਹਾ ਹੈ ਕਿ ਕੋਈ ਧੁੱਪ ਤੋਂ ਬਚਣ ਦੇ ਲਈ ਚਿੱਟਾ ਕੱਪੜਾ ਆਪਣੇ ਦੇ ਤਾਣ ਕੇ ਸੁੱਤਾ ਹੋਇਆ ਹੈ। ਤਰਵਰ ਕੀ ਛਾਇਆ ਬਰ ਤਿਆਗੀ, ਪਟ ਓਟਨ ਕਿਉਂ ਪਾ ਅਨੁਰਾਗੀ। ਉਸਨੇ ਸੋਚਿਆ ਕਿ ਰੁੱਖ ਦੀ ਛਾਂ ਛੱਡ ਕੇ ਇਹ ਭਲੇ ਪੁਰਖ ਨੂੰ ਜਿਹੜਾ ਹੈ ਕੱਪੜੇ ਦੀ ਲੋੜ ਕਿਵੇਂ ਪੈ ਗਈ। ਸੋਚਣ ਲੱਗ ਪਏ ਕਿ ਦਰਖਤ ਹੈ ਲਾਗੇ ਤੇ ਦਰਖਤ ਦੇ ਥੱਲੇ ਬੈਠ ਜਾਣਾ ਸੀ, ਕੀ ਲੋੜ ਪਈ ਸੀ ਆਪਣੇ ਉੱਤੇ ਕੱਪੜਾ ਤਾਣਨ ਦੀ। ਇਹ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਈ ਹੈ ਰਾਏ ਬੁਲਾਰ ਦੇ। ਅਸ ਵਿਚਾਰ ਕਰਤੇ ਓ ਡਿਗ ਆਵਾ, ਰਸਨਾ ਫਰਕਤ ਮੁਖ ਦ੍ਰਿਸ਼ਟਾਵਾ। ਇਹ ਵਿਚਾਰ ਕਰਕੇ ਉਹ ਜਿਹੜਾ ਹੈ ਗੁਰੂ ਸਾਹਿਬ ਜੀ ਦੇ ਨੇੜੇ ਆਏ ਨੇ, ਜਿੱਥੇ ਸਤਿਗੁਰੂ ਜੀ ਵਿਸ਼ਰਾਮ ਕਰ ਰਹੇ ਨੇ। ਤੇ ਉਸਨੇ ਜਿਹੜਾ ਹੈ ਅਸਲ ਦੇ ਵਿੱਚ ਇਹ ਜਦੋਂ ਵੇਖਿਆ ਹੈ ਕਿ ਗੁਰੂ ਸਾਹਿਬ ਜੀ ਨੀਚੇ ਆਰਾਮ ਕਰ ਰਹੇ ਨੇ, ਉੱਪਰ ਜਿਹੜਾ ਹੈ ਸੱਪ ਜਿਹਨੇ ਫਨ ਖਿਲਾਰੀ ਹੋਈ ਹੈ ਤੇ ਉਹ ਜ਼ੁਬਾਨ ਜਿਹੜੀ ਹੈ ਜਿਵੇਂ ਸੱਪ ਕੱਢਦਾ ਰਹਿੰਦਾ ਹੈ, ਫਿਰ ਅੰਦਰ ਫਿਰ ਬਾਹਰ, ਇੱਦਾਂ ਉਹਨੂੰ ਇਸ ਪ੍ਰਕਾਰ ਨਜ਼ਰ ਆਇਆ ਹੈ। ਹੋਗੀ ਲਖ ਵੱਡ ਭੋਗਾ ਕਾਰਾ, ਕਰ ਊਚੋ ਆਯੁਤ ਵਿਸਤਾਰਾ। ਨਾਲ ਆ ਕੇ ਜਦੋਂ ਕੋਲ ਆ ਕੇ ਇਹ ਵੇਖਿਆ ਹੈ ਕਿ ਅਸਲ ਦੇ ਵਿੱਚ ਇਹ ਤੇ ਬਹੁਤ ਵੱਡਾ ਸੱਪ ਹੈ, ਵੱਡੇ ਆਕਾਰ ਵਾਲਾ ਹੈ, ਵੱਡੀ ਫਨ ਵਾਲਾ ਹੈ, ਜਿਹਨੇ ਆਪਣੀ ਫਨ ਉੱਚੀ ਜਿਹੜਾ ਹੈ ਖੜੀ ਕੀਤੀ ਹੋਈ ਹੈ। ਰਾਏ ਵਿਚਾਰਤ ਉਰ ਪਰਦਾਇਆ, ਬਾਰਿਕ ਮਰਿਉ ਨ ਪੰਨਗ ਖਾਇਆ। ਹੁਣ ਉਹ ਸੋਚਣ ਲੱਗੇ ਨੇ, ਰਾਏ ਬੁਲਾਰ ਉਹਦੀ ਫੌਜ ਆਦਿਕ ਸਾਰੀ ਇਹ ਸੋਚ ਰਹੀ ਹੈ ਕਿ ਲੱਗਦਾ ਹੈ ਕਿ ਇਹ ਬਾਲਕ ਨਾ ਖਤਮ ਹੋ ਗਿਆ ਹੈ। ਉਹਨਾਂ ਦੀ ਸੋਚ ਇਹ ਹੈ ਕਿ ਸੱਪ ਉੱਪਰ ਹੈ, ਹੋ ਸਕਦਾ ਸੱਪ ਨੇ ਡੰਗ ਮਾਰਿਆ ਹੋਵੇ, ਆਪਣਾ ਸ਼ਿਕਾਰ ਉਹ ਨਿਗਲਣ ਵਾਸਤੇ ਖੜਾ ਹੋਵੇ। ਤੇ ਸੋਚ ਕੇ ਰਾਏ ਬੁਲਾਰ ਦੇ ਮਨ ਵਿੱਚ ਦਇਆ ਆਈ ਹੈ ਕਿ ਬਾਲਕ ਮਰ ਗਿਆ ਹੈ। ਜੇ ਜੀਵਤ ਏਕੋ ਅਵਤਾਰੀ, ਸਰਪ ਸਵੇਤ ਜੈ ਸੇਵਾਕਾਰੀ। ਸੱਪ ਨੇ ਇਹਨਾਂ ਨੂੰ ਡੰਗ ਮਾਰਿਆ ਹੈ ਤੇ ਮਰ ਗਏ ਨੇ, ਤੇ ਜੇ ਜਿਉਂਦੇ ਹੋਣਗੇ ਤੇ ਮੈਂ ਸਮਝਾਂਗਾ ਕਿ ਇਹ ਅਵਤਾਰੀ ਪੁਰਖ ਨੇ ਕੋਈ, ਇਹ ਸੱਪ ਜਿਹੜਾ ਹੈ ਇਹਨਾਂ ਦੀ ਸੇਵਾ ਦੇ ਵਿੱਚ ਲੱਗਾ ਹੋਇਆ ਹੈ। ਹੀਰਨ ਹਿਤ ਪ੍ਰਿਤ ਨਿਕਟ ਪਠਾਇਆ, ਤਬ ਜੀ ਮਗ ਪਾਤਾਲ ਸਿਧਾਇਆ। ਵੇਖਣ ਵਾਸਤੇ ਫਿਰ ਇੱਕ ਨੌਕਰ ਨੂੰ ਆਪਣੇ ਫੌਜ ਦੇ ਕਿਸੇ ਬੰਦੇ ਨੂੰ ਭੇਜਿਆ ਕਿ ਜਾਓ ਜਾ ਕੇ ਕੋਲ ਜਾ ਕੇ ਵੇਖੋ ਕਿ ਕੀ ਵਰਤਿਆ ਹੈ, ਕੀ ਹੋਇਆ ਹੈ। ਉਹ ਬੱਚਾ ਜਿਹੜਾ ਨੀਚੇ ਪਿਆ ਹੈ ਉਹ ਹੈ ਹਾਲੇ ਕਿ ਉਹਨੂੰ ਸੱਪ ਨੇ ਡੰਗ ਮਾਰਿਆ ਹੈ। ਇਹ ਸਭ ਕੁਝ ਵੇਖ ਕੇ ਮੈਨੂੰ ਦੱਸਣਾ ਕਰੋ। ਉਨਕਾ ਤੋਰ ਤੁਰੰਗਮ ਰਾਉ, ਲਖ ਅਚਰਜ ਪਸਿਯਨ ਚਿਤ ਚਾਉ। ਇਸ ਪ੍ਰਕਾਰ ਫਿਰ ਜਿਹੜਾ ਹੈ ਰਾਏ ਬੁਲਾਰ ਘੋੜੇ ਨੂੰ ਤੋਰ ਆਪ ਉੱਥੇ ਚਲੇ ਗਿਆ ਤੇ ਇਹ ਕੌਤਕ ਵੇਖ ਕੇ ਜਿਹੜਾ ਹੈ ਮਨ ਖੁਸ਼ੀ ਦੇ ਨਾਲ ਭਰ ਗਿਆ ਹੈ। ਨਿਕਟ ਗਏ
को तन सुचेत पावे दी बर को। ਜਦ ਉਹ ਗੁਰੂ ਸਾਹਿਬ ਜੀ ਦੇ ਨੇੜੇ ਗਏ ਨੇ, ਘੋੜਿਆਂ ਦੇ ਖੁਰਾਂ ਦੀ ਜਿਹੜਾ ਹੈ ਜਦੋਂ ਆਵਾਜ਼ ਆਈ ਹੈ ਤੇ ਗੁਰੂ ਸਾਹਿਬ ਜੀ ਸੁਚੇਤ ਹੋ ਗਏ, ਇੱਕਦਮ ਸਾਵਧਾਨ ਹੋ ਗਏ ਹਨ। लोचन बिग से दल पुष्कर से मेचक तारे बर मधुकर से। ਇਧਰੋਂ ਜਿਹੜਾ ਹੈ ਸੱਪ ਨੇ ਜਦੋਂ ਖੜਕਾ ਸੁਣਿਆ ਉਹ ਵੀ ਆਪਣੀ ਖੁੱਡ ਵਿੱਚ ਚਲਾ ਗਿਆ ਤੇ ਗੁਰੂ ਸਾਹਿਬ ਜੀ ਵੀ ਸਾਵਧਾਨ ਹੋਏ ਨੇ। ਲੋਚਨ ਵਿਗਸੇ ਦਲ ਪੁਸ਼ਕਰ ਸੇ, ਦਲ ਪੁਸ਼ਕਰ ਦਾ ਅਰਥ ਹੈ, ਪੁਸ਼ਕਰ ਦਾ ਅਰਥ ਹੁੰਦਾ ਕਮਲ, ਕਮਲ ਦੇ ਪੱਤਿਆਂ ਵਰਗੇ ਨੇਤਰ ਸਤਿਗੁਰੂ ਜੀ ਨੇ ਖੋਲ੍ਹੇ ਨੇ ਤੇ ਅੱਖਾਂ ਦੀਆਂ ਕਲੀਆਂ ਪੁਤਲੀਆਂ ਭੌਰਿਆਂ ਵਾਂਗ ਜਿਹੜਾ ਹੈ ਉਹਨਾਂ ਦੀਆਂ ਸ਼ੋਭਾ ਪਾ ਰਹੀਆਂ ਹਨ। दिग अरूढ़ असहेरे उराई पीर पटल की संग सुहाई। ਘੋੜੇ ਤੇ ਚੜਿਆ ਹੋਇਆ ਸੀ ਰਾਏ ਬੁਲਾਰ ਤੇ ਗੁਰੂ ਸਾਹਿਬ ਜੀ ਦੇ ਲਾਗੇ ਹੁਣ ਗਿਆ ਹੈ। उठ तब सिर निभाए के बंधन जो कल मल कल काल निकंदन। ਪਾਪ ਅਤੇ ਭੈੜੇ ਵਕਤ ਦਾ ਨਾਸ਼ ਕਰਨ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਸਲ ਦੇ ਵਿੱਚ ਉੱਠੇ ਨੇ ਤੇ ਉੱਠ ਕੇ ਜਿਹੜਾ ਅਦਬ ਦੇ ਨਾਲ, ਕਿਉਂਕਿ ਵੱਡੇ ਨੇ ਉਹ, ਤੇ ਅਦਬ ਦੇ ਨਾਲ ਨਮਸਕਾਰ ਕੀਤੀ ਹੈ। पुर पालक द्रुत उत्तर तरंगा पर रंभन कर संग उमंगा। ਅਸਲ ਦੇ ਵਿੱਚ ਨਗਰ ਦਾ ਜਿਹੜਾ ਪਾਲਕ ਸੀ ਨਾ, ਭਾਵ ਰਾਏ ਬੁਲਾਰ, ਤੁਰੰਤ ਘੋੜੇ ਤੋਂ ਉਤਰ ਗਿਆ ਤੇ ਬੜੇ ਉਤਸ਼ਾਹ ਦੇ ਨਾਲ ਗੁਰੂ ਸਾਹਿਬ ਜੀ ਨੂੰ ਆਪਣੇ ਗਲ ਦੇ ਨਾਲ ਲਾਇਆ, ਗਲ ਵਕੜੀ ਪਾ ਲਈ ਹੈ। सादर सो निज भर कर कनिया चूमत मस्तक खुशी सुकनिया। ਬੜਾ ਆਦਰ ਕੀਤਾ ਹੈ, ਮਾਲਕ ਦੀ ਵੀ ਕਲਾਈ ਪਕੜੀ ਹੈ ਤੇ ਆਪਣੇ ਜਿਹੜਾ ਹੈ ਸੀਨੇ ਨਾਲ ਲਾ ਕੇ ਗੁਰੂ ਸਾਹਿਬ ਜੀ ਦਾ ਮੱਥਾ ਜਿਹੜਾ ਉਹ ਚੁੰਮਿਆ ਹੈ। पा अधीन मन कर बहु पाऊ जानियो ए अवतार प्रभाव। ਮਨ ਵਿੱਚ ਬੜਾ ਪ੍ਰੇਮ ਹੈ ਤੇ ਗੁਰੂ ਸਾਹਿਬ ਜੀ ਦੇ ਅਧੀਨ ਹੋ ਗਿਆ ਹੈ ਹੁਣ, ਤੇ ਇਹ ਜਾਣਿਆ ਹੈ ਕਿ ਕੋਈ ਆਮ ਨਹੀਂ ਹੋਣੇ, ਜਿਨ੍ਹਾਂ ਉੱਤੇ ਜਿਹੜਾ ਇੱਕ ਸਭ ਛਾਂ ਕਰ ਰਿਹਾ ਹੈ ਉਹ ਕੋਈ ਆਮ ਨਹੀਂ ਹੋ ਸਕਦਾ, ਇਹ ਤੇ ਅਵਤਾਰੀ ਪੁਰਖ ਹੈ। बहुर न मन कब कीन डुलाऊ फिर कर शरदा ता दिन राऊ। ਦਿਨ ਪ੍ਰਤੀ ਦਿਨ ਹੁਣ ਜਿਹੜਾ ਹੈ ਗੁਰੂ ਦੇ ਪ੍ਰਤੀ ਉਸ ਹਾਕਮ ਦੀ, ਭਾਵ ਰਾਏ ਬੁਲਾਰ ਦੀ ਸ਼ਰਧਾ ਜਿਹੜੀ ਹੈ ਨਾ ਵੱਧਦੀ ਜਾ ਰਹੀ ਹੈ, ਵਧਣ ਲੱਗ ਪਈ। ਹੁਣ ਉਹਦਾ ਮਨ ਡੋਲਦਾ ਨਹੀਂ ਹੈ, ਬਸ ਆਪਣੇ ਆਪ ਨੂੰ ਕੋਸਦਾ ਹੈ ਕਿ ਇੱਕ ਸਮਾਂ ਐਸਾ ਸੀ ਕਿ ਜਦੋਂ ਮੈਂ ਇਹਨਾਂ ਨੂੰ ਥੋੜ੍ਹੇ ਕੜਰੇ ਬੋਲ ਬੋਲੇ ਨੇ, ਉਹ ਆਪ ਜੀ ਨੇ ਸਰਵਣ ਕੀਤਾ ਜਦੋਂ ਖੇਤ ਨੂੰ ਹਰਿਆ ਭਰਿਆ ਕਰਨਾ ਸੀ। ਸ਼ਿਕਾਇਤ ਲੈ ਕੇ ਆਇਆ ਸੀ ਕਿਸਾਨ, ਤੇ ਮਾਲਕ ਨੇ ਜਦੋਂ ਇਹ ਜਿਹੜਾ ਹੈ ਕੌਤਕ ਵਰਤਾਇਆ ਹੈ, ਇਹ ਵਰਤਾਉਣ ਦਾ ਭਾਵ ਹੀ ਇਹ ਸੀ ਕਿ ਅਸਲ ਦੇ ਵਿੱਚ ਰਾਏ ਬੁਲਾਰ ਇਸ ਗੱਲ ਨੂੰ ਜਾਣ ਸਕੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੋਈ ਆਮ ਬਾਲਕਾਂ ਦੇ ਵਾਂਗ ਸੰਸਾਰ 'ਤੇ ਨਹੀਂ ਆਏ ਕਿ ਬਚਪਨ ਹੈ, ਜਵਾਨੀ ਹੈ, ਬੁਢੇਪਾ ਉਮਰ ਗੁਜ਼ਾਰ ਕੇ ਚਲੇ ਜਾਣਗੇ, ਨਹੀਂ, ਇਹ ਕੁਝ ਕਰਨ ਆਏ ਨੇ, ਪਰਉਪਕਾਰ ਕਰਨ ਆਏ ਨੇ, ਇਹ ਸੜਦੀ ਹੋਈ ਸ੍ਰਿਸ਼ਟੀ ਨੂੰ ਜਿਹੜਾ ਹੈ ਠੰਡਾ ਠਾਰ ਕਰਨ ਆਏ ਨੇ। ਤੇ ਇਸ ਲਈ ਹੁਣ ਅਧੀਨ ਹੋ ਗਿਆ ਹੈ ਗੁਰੂ ਪ੍ਰਤੀ, ਜਿਹੜਾ ਹੈ ਰਾਏ ਬੁਲਾਰ ਦੇ ਅੰਦਰ ਸ਼ਰਧਾ ਜਿਹੜੀ ਹੈ ਉਹ ਵਧਣ ਲੱਗ ਪਈ ਹੈ। परमेश्वर समझान सुजाना मन कर बंदे पद राजाना। ਗੁਰੂ ਸਾਹਿਬ ਜੀ ਹੁਣ ਜਿਹੜਾ ਹੈ ਨਾ, ਤਿਨਾਂ ਨੂੰ ਹੁਣ ਰਾਜਾ ਉਹ ਰਾਏ ਬੁਲਾਰ ਹੈ, ਪਰਮਾਤਮਾ ਦੇ ਸਮਾਨ ਸਮਝ ਰਿਹਾ ਹੈ, ਭਾਵ ਕਿ ਇਹ ਰੱਬ ਦਾ ਰੂਪ ਨੇ। ਬੜੀ ਮਨ ਦੇ ਵਿੱਚ ਸ਼ਰਧਾ ਹੈ ਗੁਰੂ ਪ੍ਰਤੀ। रुकियो कंठ पर पूरन प्रेमा बोल न सकियो उचित पाखे। ਇੰਨਾ ਪ੍ਰੇਮ ਦੇ ਨਾਲ ਭਰ ਗਿਆ ਹੈ ਰਾਏ ਬੁਲਾਰ ਕਿ ਹੁਣ ਮੁਖ ਤੋਂ ਜਿਹੜਾ ਬਚਨ ਕੱਢਣ ਦਾ ਯਤਨ ਕਰਦਾ ਹੈ ਗੁਰੂ ਪ੍ਰਤੀ, ਪਰ ਨਿਕਲ ਨਹੀਂ ਰਿਹਾ। ਇੰਨੀ ਖੁਸ਼ੀ। ਦੋ ਅਵਸਥਾਵਾਂ ਹੁੰਦੀਆਂ ਨੇ ਇਹੋ ਜਿਹੀਆਂ, ਬਹੁਤਾ ਜਦੋਂ ਗਮ ਦੇ ਵਿੱਚ ਮਨੁੱਖ ਹੋਵੇ ਨਾ, ਉਦੋਂ ਵੀ ਜਿਹੜਾ ਹੈ ਅਸਲ ਦੇ ਵਿੱਚ ਨਾ ਕੰਠ ਚੋਂ ਬੋਲ ਨਿਕਲਦੇ ਨੇ, ਤੇ ਬਹੁਤਾ ਖੁਸ਼ ਹੋਵੇ ਉਦੋਂ ਵੀ ਜਿਹੜਾ ਹੈ ਖੁਸ਼ੀ ਨੂੰ ਜ਼ਾਹਰ ਨਹੀਂ ਮਨੁੱਖ ਕਰ ਪਾਉਂਦਾ। ਤੇ ਹੁਣ ਇੰਨੀ ਖੁਸ਼ੀ ਹੈ, ਇੰਨਾ ਪ੍ਰੇਮ ਦੇ ਨਾਲ ਭਰਿਆ ਹੋਇਆ ਹੈ
ਕਿ ਗੁਰੂ ਪ੍ਰਤੀ ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਕੁਝ ਬੋਲ ਨਹੀਂ ਸਕਿਆ। गातु रंग चढ़ पुलकत अंगा बैठे सदने संग उमंगा। ਘੋੜੇ ਤੇ ਚੜ ਕੇ ਹੁਣ ਘਰ ਗਿਆ ਏ ਤੇ ਬੜੇ ਉਤਸ਼ਾਹ ਦੇ ਨਾਲ ਬੈਠਾ ਸੀ ਤੇ ਹੁਣ ਅੰਗ ਅੰਗ ਕਹਿ ਲੋ ਕਿ ਹੁਣ ਫੁੱਲੇ ਨਹੀਂ ਸਮਾਉਂਦੇ ਸੀ ਕਿ ਮੈਂ ਅੱਜ ਸਾਖਸ਼ਾਤ ਰੱਬ ਦੇ ਦੀਦਾਰ ਕੀਤੇ ਹਨ। हृदय मनोरथ सार विचारे ए मम भव बंधन निर्वारे। ਹਿਰਦੇ ਵਿੱਚ ਆਪਣਾ ਮਨੋਰਥ ਵਿਚਾਰ ਰਿਹਾ ਸੀ। ਹੁਣ ਕਿਹੜਾ ਮਨੋਰਥ? ਇੱਛਾ ਸੀ ਇੱਕ ਕਿ ਸੰਸਾਰ ਦੇ ਬੰਧਨ ਇਹ ਦੂਰ ਕਰਨ ਆਏ ਹਨ। होए तरुण जब तज लरकाई कर हो तब मैं बिने बढ़ाई। ਜਦ ਇਹ ਜਿਹੜਾ ਏ ਜਵਾਨੀ ਦੇ ਵਿੱਚ ਆਉਣਗੇ, ਰਾਏ ਬੁਲਾਰ ਸੋਚ ਰਿਹਾ ਮਨ ਦੇ ਵਿੱਚ, ਜਦੋਂ ਇਹ ਬਾਲਪਨ ਛੱਡ ਕੇ ਜਵਾਨ ਅਵਸਥਾ ਵਿੱਚ ਆਉਣਗੇ ਤੇ ਮੈਂ ਇਹਨਾਂ ਅੱਗੇ ਬੇਨਤੀ ਕਰਾਂਗਾ, ਇਹਨਾਂ ਅੱਗੇ ਅਰਜ਼ੋਈ ਕਰਾਂਗਾ, ਇਹਨਾਂ ਦੀ ਮਹਿਮਾ ਕਰਾਂਗਾ। जोगिन को दुर्लभ है जो देह परम पद मुझको सो। ਬੇਨਤੀ ਇਹ ਕਰਾਂਗਾ ਕਿ ਜੋ ਅਵਸਥਾ ਜੋਗੀਆਂ ਦੀ ਹੁੰਦੀ ਹੈ ਨਾ, ਜੁੜੇ ਹੋਇਆਂ ਦੀ, ਜੋ ਰੱਬ ਨਾਲ ਮਿਲ ਗਏ ਨੇ, ਮੈਂ ਬੇਨਤੀ ਕਰਾਂਗਾ ਕਿ ਮੈਨੂੰ ਇਸ ਅਵਸਥਾ ਦਾ ਜਿਹੜਾ ਹੈ ਨਾ ਪਦ ਬਖਸ਼ ਦਿਓ, ਇਹ ਦਰਜਾ ਮੈਨੂੰ ਬਖਸ਼ ਦਿਓ। पूरब पाग जगियो वड मेरा डिग खुदाए तन तारब मेरा। ਮਾਨੋ ਕਿ ਜਿਹੜਾ ਮੇਰਾ ਭਾਗ ਜਾਗ ਪਏ ਨੇ, ਖੁਦਾ ਨੇ ਕੋਲ ਜਾ ਕੇ ਜਿਹੜਾ ਹੈ ਮੇਰਾ ਤਨ ਦਲੇਰੀ ਧਾਰ ਲਵੇਗਾ। ਕਹਿਣ ਤੋਂ ਭਾਵ ਹੀ ਹੈ, ਰਾਏ ਬੁਲਾਰ ਸੋਚਦਾ ਹੈ ਕਿ ਮੈਂ ਹੁਣ ਜਿਹੜੀ ਮੇਰੀ ਆਰਬਲਾ ਬਚੀ ਹੈ ਨਾ, ਉਹ ਮਾਨੋ ਕਿ ਸੁਧਰ ਗਈ ਹੈ। ਮਾਨੋ ਕਿ ਇਹ ਸੰਸਾਰ ਤੇ ਆਇਆ ਹੋਇਆ ਮੇਰਾ ਜਿਹੜਾ ਸਫਲ ਹੋ ਗਿਆ ਹੈ, ਮੈਂ ਸਾਖਸ਼ਾਤ ਰੱਬ ਦੇ ਦੀਦਾਰ ਕਰ ਲਏ ਹਨ। बोलन मिलने को फल जासु वेद कतेब न कह सकतासु। ਅਸਲ ਦੇ ਵਿੱਚ ਉਹਨਾਂ ਨਾਲ ਬੋਲਣ ਅਤੇ ਮਿਲਣ ਦਾ ਐਸਾ ਫਲ ਪ੍ਰਾਪਤ ਹੋਵੇਗਾ ਕਿ ਮਾਨੋ ਕਿ ਵੇਦ ਤੇ ਕਤੇਬ ਵੀ ਨਹੀਂ ਕਹਿ ਸਕਣਗੇ। प्रीत पेज कालू बुलवायो कर आदर निज निकट बिठायो। ਇੱਕ ਨੌਕਰ ਨੂੰ ਭੇਜਿਆ ਹੈ ਰਾਏ ਬੁਲਾਰ ਨੇ ਕਿ ਜਾ, ਮੈਂ ਤਾਂ ਕਾਲੂ ਜੀ ਨੂੰ ਸੱਦ ਕੇ ਲਿਆ। ਤੇ ਗੁਰੂ ਸਾਹਿਬ ਜੀ ਦੇ ਪਿਤਾ ਜੀ ਨੂੰ ਸੱਦਿਆ ਗਿਆ। ਰਾਏ ਬੁਲਾਰ ਨੇ ਬੜਾ ਆਦਰ ਮਾਣ ਦਿੱਤਾ ਉਹਦਾ, ਤੇ ਆਦਰ ਮਾਣ ਦੇ ਕੇ ਆਪਣੇ ਕੋਲ ਬਿਠਾ ਲਿਆ ਹੈ। निज सुत को सुत जाने नाही पा अवतार तोहे कर माही। ਆਪਣੇ ਪੁੱਤਰ ਨੂੰ ਪੁੱਤਰ ਨਾ ਸਮਝੀ। ਕਹਿਣ ਤੋਂ ਭਾਵ ਕਿ ਆਮ ਬਾਲਕ ਨਹੀਂ ਹੈ, ਇਹ ਤੇ ਅਵਤਾਰ ਆਇਆ ਹੈ ਸੰਸਾਰ ਤੇ, ਅਵਤਾਰੀ ਪੁਰਖ ਹੈ। ਪੁੱਤਰ ਨੂੰ ਪੁੱਤਰ ਹੀ ਕੇਵਲ ਨਾ ਜਾਣੀ। जागियो गर्व पाग जग तेरो तब संसर को और न हेरो। ਤੇਰੇ ਅਸਲ ਦੇ ਵਿੱਚ ਜਿਹੜਾ ਹੈ ਭਾਗ ਜਾਗ ਪਏ ਨੇ, ਤੇ ਇਸ ਲਈ ਜਿਹੜਾ ਹੈ ਤੇਰੇ ਬਰਾਬਰ ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ। ਤੇਰੇ ਘਰੇ ਰੱਬ ਨੇ ਅਵਤਾਰ ਧਾਰਿਆ ਹੈ, ਰੱਬ ਖੁਦ ਤੇਰੇ ਘਰੇ ਆਇਆ ਹੈ, ਤੇ ਤੇਰੇ ਤੇ ਭਾਗ ਚੰਗੇ ਹਨ। असन बसन सादर सो दीजय अवहेलन ने तिनको कीजय। ਇਸ ਲਈ ਜਿਹੜਾ ਹੈ ਇਹਨਾਂ ਨੂੰ ਭੋਜਨ ਕੱਪੜੇ ਬੜੇ ਆਦਰ ਦੇ ਨਾਲ ਦੇਵੋ, ਕਦੀ ਵੀ ਨਰਾਦਰ ਨਾ ਕਰਿਓ। ਗੁਰੂ ਨਾਨਕ ਸਾਹਿਬ ਜੀ ਦਾ ਰਾਏ ਬੁਲਾਰ ਸਮਝ ਗਿਆ, ਇਸ ਲਈ ਕਹਿੰਦਾ ਹੈ ਤੁਸੀਂ ਚੰਗੇ ਕੱਪੜੇ ਦਿਓ, ਭੋਜਨ ਦਿਓ, ਤੇ ਇਹਨਾਂ ਨੂੰ ਕਦੀ ਵੀ ਜਿਹੜਾ ਹੈ ਬੇਇੱਜ਼ਤ ਨਾ ਕਰਿਓ, ਨਰਾਦਰੀ ਨਾ ਕਰਿਓ ਇਹਨਾਂ ਦੀ। तात जान दुर्बचन न पाखो परमेश्वर सम शरदा राखो। ਇਸ ਲਈ ਜਿਹੜਾ ਅਸੀਂ ਤੁਹਾਨੂੰ ਇਹ ਗੱਲ ਸਮਝਾ ਰਹੇ ਹਾਂ ਕਿ ਤਾਤ ਜਾਨ ਦੁਰਬਚਨ ਨਾ ਭਾਖੋ, ਬੱਚਾ ਸਮਝ ਕੇ, ਆਪਣਾ ਪੁੱਤਰ ਸਮਝ ਕੇ ਇਹਨਾਂ ਦੇ ਨਾਲ ਭੈੜੇ ਬਚਨ ਨਾ ਬੋਲਿਓ। ਪਰਮੇਸ਼ਰ ਸਮ ਸ਼ਰਧਾ ਰਾਖੋ, ਜਿਵੇਂ ਰੱਬ ਜੀ ਦੇ ਪ੍ਰਤੀ ਤੁਸੀਂ ਜਿਹੜਾ ਸ਼ਰਧਾ ਰੱਖਦੇ ਜੋ ਨਾ, ਉਸੇ ਪ੍ਰਕਾਰ ਇਹਨਾਂ ਪ੍ਰਤੀ ਵੀ ਸ਼ਰਧਾ ਰੱਖੋ। पुन बुलार कालू के साथा कही सरप की सब विद गाथा। ਉਸ ਤੋਂ ਬਾਅਦ ਫਿਰ ਗੱਲਾਂ ਗੱਲਾਂ ਦੇ ਵਿੱਚ ਜੋ
ਘਟਨਾ ਦੇਖੀ ਸੀ, ਦ੍ਰਿਸ਼ ਦੇਖਿਆ ਸੀ ਕਿ ਕਿਵੇਂ ਸੱਪ ਨੇ ਜਿਹੜਾ ਹੈ ਛਾਂ ਕੀਤੀ ਹੈ, ਕਿਸ ਪ੍ਰਕਾਰ ਅਸੀਂ ਜਿਹੜਾ ਲਾਗੇ ਗਏ ਹਾਂ, ਕੋਲ ਗਏ ਹਾਂ, ਸਾਰਾ ਜਿਹੜਾ ਦ੍ਰਿਸ਼ ਹੈ ਰਾਏ ਬੁਲਾਰ ਜੀ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਦੱਸਿਆ ਹੈ। ਆਤਪ ਤਪ ਤੈ ਤੇ ਕੇ ਛਾਇਆ, ਹਮੇ ਹੀਰ ਨਿਜ ਦੇਹ ਦੁਰਾਇਆ। ਅਸਲ ਦੇ ਵਿੱਚ ਧੁੱਪ ਦੇ ਛੇਕ ਤੋਂ ਬਚਣ ਦੇ ਲਈ ਸੱਪ ਨੇ ਛਾਂ ਕੀਤੀ ਹੋਈ ਸੀ ਤੁਹਾਡੇ ਬੱਚੇ ਤੇ। ਹਮੇ ਹੀਰ ਨਿਜ ਦੇਹ ਦੁਰਾਇਆ, ਤੇ ਸਾਨੂੰ ਵੇਖ ਕੇ ਜਿਹੜਾ ਇਹ ਸੱਪ ਲੋਕਿਆ। ਪਹਿਲਾਂ ਕਰ ਲਿਆ ਸੀ ਛਾਂ, ਪਰ ਜਦੋਂ ਘੋੜਿਆਂ ਦੇ ਕਦਮਾਂ ਦੀ ਆਵਾਜ਼ ਸੁਣੀ ਹੈ, ਸੱਪ ਨੇ ਜਿਹੜਾ ਦੇਖਿਆ ਤੇ ਉਹ ਇੱਕਦਮ ਆਪਣੇ ਘਰ ਚਲਾ ਗਿਆ, ਖੁੱਡ ਵਿੱਚ ਚਲਾ ਗਿਆ। ਤੇ ਮੈਂ ਇਹ ਸਭ ਕੁਝ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੈ। ਸੁਨ ਕਰ ਕਾਲੂ ਕਹਿਤ ਪਲਾਜੂ, ਹੋਈ ਤਾਂ ਜਾਣੀ ਜਾਏ ਕਲਾਜੂ। ਰਾਏ ਬੁਲਾਰ ਜੀ, ਇਹ ਗੱਲ ਸੁਣ ਕੇ ਜਿਹੜਾ ਹੈ ਅਸਲ ਦੇ ਵਿੱਚ ਮੈਂ ਕੀ ਕਹਿ ਸਕਦਾ ਹਾਂ। ਭਲਾ ਜੀ ਜਦ ਇਹ ਜਿਹੜਾ ਹੈ ਕਲਾਵਾਨ ਹੋਵੇਗਾ ਤਾਂ ਜਾਣ ਲਵਾਂਗੇ, ਹਾਲੇ ਵੀ ਸਮਝ ਨਹੀਂ ਰਹੇ। ਰਾਏ ਬੁਲਾਰ ਸਮਝ ਗਏ, ਹਾਲੇ ਇਹੋ ਗੱਲ ਕਹਿ ਰਹੇ ਨੇ, ਕੋਈ ਗੱਲ ਨਹੀਂ, ਜਦੋਂ ਸਮਰੱਥ ਹੋਣਗੇ, ਕਲਾਵਾਨ ਹੋਣਗੇ ਤੇ ਉਦੋਂ ਅਸੀਂ ਵੇਖ ਲਵਾਂਗੇ। ਤੇ ਜਿਵੇਂ ਤੁਸੀਂ ਕਹਿੰਦੇ ਜੋ ਠੀਕ ਹੈ। ਅਸ ਕਹਿ ਗਇਓ ਅਸ਼ਰਧਾ ਤਾਰੀ, ਮਾਇਆ ਮੋਹ ਪ੍ਰਬਲ ਜੇ ਪਾਰੀ। ਕਵੀ ਜੀ ਕਹਿੰਦੇ ਨੇ ਇਸ ਤਰ੍ਹਾਂ ਜਿਹੜਾ ਹੈ ਅਸ਼ਰਧਾ ਭਰੇ, ਸ਼ਰਧਾ ਨਹੀਂ ਜੇ ਪੈਦਾ ਹੋਈ, ਅਸ਼ਰਧਾ ਭਰੇ ਜਿਹੜਾ ਹੈ ਨਾ ਬਚਨ ਕਹਿ ਕੇ ਬਾਬਾ ਮਹਿਤਾ ਕਾਲੂ ਜੀ ਉੱਥੋਂ ਚਲੇ ਗਏ ਹਨ। ਕਿਉਂ ਸੋ ਕਰੇ ਜਿਉ ਪ੍ਰੇਰਨ ਅੰਤਾ, ਜਿਉ ਜੰਤੀ ਵਸਵਾ ਜੈ ਜਨਤਾ। ਅਸਲ ਦੇ ਵਿੱਚ ਬਾਬਾ ਮਹਿਤਾ ਕਾਲੂ ਜੀ ਦੇ ਅੰਦਰ ਮਾਇਆ ਦਾ ਮੋਹ ਜਿਹੜਾ ਹੈ ਉਹ ਪ੍ਰਬਲ ਬੜਾ ਹੈ, ਤੇਜ਼ ਬਹੁਤ ਹੈ। ਤੇ ਮਨੁੱਖ ਉਸ ਤਰ੍ਹਾਂ ਹੀ ਕਰਦਾ ਹੈ ਜਿਸ ਤਰ੍ਹਾਂ ਜਿਹੜਾ ਹੈ ਉਹਨੂੰ ਪ੍ਰੇਰਿਤ ਪ੍ਰਮਾਤਮਾ ਕਰਦਾ ਹੈ। ਜਿਵੇਂ ਕਿ ਵਾਜਾ ਵਜਾਉਣ ਵਾਲੇ ਦੀ ਜਿਹੜਾ ਰੁਚੀ ਅਨੁਸਾਰ ਹੀ ਉਹ ਵੱਜਦਾ ਹੈ ਵਾਜਾ। ਤੇ ਅਸੀਂ ਵੀ ਜਿਹੜਾ ਹੈ ਮੰਨੋ ਕਿ ਵਾਜੇ ਹਾਂ, ਪਰਮਾਤਮਾ ਵਜਾਉਣ ਵਾਲਾ ਹੈ, ਤੇ ਜਿਹੜੀ ਸੁਰ ਤੇ ਰੱਖਦਾ ਹੈ ਹੱਥ, ਉੱਦਾਂ ਹੀ ਜਿਹੜਾ ਹੈ ਸੁਰ ਨਿਕਲਦੀ। ਸੋ ਕਹਿਣ ਤੋਂ ਭਾਵ ਕਵੀ ਜੀ ਕਹਿੰਦੇ ਹਾਲੇ ਤੱਕ ਬਾਬਾ ਮਹਿਤਾ ਕਾਲੂ ਜੀ ਦੇ ਅੰਦਰ ਉਹ ਸ਼ਰਧਾ ਜਿਹੜੀ ਹੈ ਜੋ ਰਾਏ ਬੁਲਾਰ ਅੰਦਰ ਪੈਦਾ ਹੋਈ ਹੈ, ਉਹ ਹਾਲੇ ਤੱਕ ਹੋਈ ਨਹੀਂ ਹੈ। ਤਾਰ ਨਾਰ ਕੋ ਕਿਆ ਗੁਣ ਦੋਸ਼ੂ, ਤੇ ਪਰ ਕਿਆ ਪ੍ਰਸਾਦ ਕਿਆ ਰੋਸੂ। ਅਸਲ ਦੇ ਵਿੱਚ ਫਿਰ ਉਦਾਹਰਨ ਦਿੱਤੀ ਕਿ ਕਾਠ ਦੀ ਜਿਹੜੀ ਪੁਤਲੀ ਹੈ ਉਹ ਕੀ ਗੁਣ ਤੇ ਔਗੁਣ ਜਿਹੜਾ ਹੈ ਵੇਖ ਸਕਦੇ ਹਾਂ ਅਸੀਂ ਉਹਦੇ। ਇਸ ਲਈ ਜਿਹੜਾ ਹੈ ਉਸ ਵਾਸਤੇ ਤਾਂ ਖੁਸ਼ੀ ਗਮੀ ਬਰਾਬਰ ਹੁੰਦੀ ਹੈ। ਸ਼੍ਰੀ ਨਾਨਕ ਅਨੁਸਾਰੀ ਮਾਇਆ, ਜਸ ਇੱਛਾ ਕਰੀ ਤਤ ਛਾਇਆ। ਮਾਇਆ ਜਿਹੜੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਨੁਸਾਰ ਚੱਲਦੀ ਹੈ, ਤੇ ਜਿਸ ਤਰ੍ਹਾਂ ਇੱਛਾ ਕਰਦੇ ਨੇ ਉਸੇ ਤਰ੍ਹਾਂ ਹੁੰਦਾ ਹੈ। ਹਰਮ ਆਏ ਉਰ ਹਰਖ ਸਮੇਤੂ, ਕਰੇ ਹਿਤ ਬੇਦੀ ਕੁਲ ਕੇਤੂ। ਚਲੋ ਜੋ ਬਚਨ ਕਹੇ ਸਨ ਉਹਨਾਂ ਦੇ ਨਾਲ ਇੱਕ ਖੁਸ਼ੀ ਤੇ ਹੈ ਉਹਨਾਂ ਦੇ ਅੰਦਰ ਕਿ ਅੱਜ ਰਾਏ ਬੁਲਾਰ ਜੀ ਵੀ ਮੇਰੇ ਬੱਚੇ ਪ੍ਰਤੀ ਇੱਦਾਂ ਕਹਿ ਰਹੇ ਨੇ। ਹੁਣ ਹਰਮ ਆਏ, ਹਰਮ ਦਾ ਅਰਥ ਹੁੰਦਾ ਘਰ। ਹੁਣ ਮਹਿਤਾ ਕਾਲੂ ਜੀ ਖੁਸ਼ੀ ਖੁਸ਼ੀ ਜਿਹੜਾ ਹੈ ਘਰ ਦੇ ਵਿੱਚ ਆਏ ਨੇ, ਤੇ ਬੇਦੀ ਗੁਲ ਦੇ ਤਾਰੇ ਨੂੰ ਜਿਹੜਾ ਬਹੁਤ ਪਿਆਰ ਕਰਨ ਲੱਗੇ। ਭਾਵ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬਹੁਤ ਪਿਆਰ ਕਰਨ ਲੱਗੇ ਹਨ। ਕਛ ਪ੍ਰਸੰਨਤਾ ਸੁਰ ਵਿਚਾਰੀ, ਨ੍ਰਿਪ ਬੁਲਾਰ ਨੁਤ ਬਹੁਰ ਉਚਾਰੀ। ਕਹਿਣ ਕੀ ਲੱਗੇ ਨੇ ਕਿ ਕੈਸੀ ਤੁਸੀਂ ਜਿਹੜਾ ਹੈ ਨਾ ਪ੍ਰਸੰਨਤਾ ਦੇ ਨਾਲ, ਕਿਸ ਖੁਸ਼ੀ ਦੇ ਨਾਲ ਗਊਆਂ ਚਾਰੀਆਂ ਨੇ। ਅੱਜ ਰਾਏ ਬੁਲਾਰ ਵੀ ਤੁਹਾਡੀ ਬੜੀ ਉਸਤਤ ਕਰ ਰਹੇ ਸੀ, ਉਹ ਦੂਜੀਆਂ ਚੀਜ਼ਾਂ ਭੁੱਲ ਗਏ ਸਾਰੇ। ਤੇ ਇਸ ਲਈ ਜਿਹੜਾ ਹੈ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਪੁੱਤਰ ਜੀ ਤੁਸੀਂ ਕਿਸ ਪ੍ਰਕਾਰ ਉੱਥੇ ਜਿਹੜਾ ਦੇਖ ਰੇਖ ਕੀਤੀ ਹੈ, ਅੱਜ ਰਾਏ ਬੁਲਾਰ ਜੀ ਵੀ ਵੇਖ ਕੇ ਤੁਹਾਡੀ ਬੜੀ ਉਸਤਤ ਕਰ ਰਹੇ ਸੀ। ਜਾਂ ਤੇ ਕਰਤ ਦੁਲਾਰ ਬਿਸਾਲਾ, ਸੀਤਲ ਲੋਚਨ ਦੇਖ ਕਿਰਪਾਲਾ। ਕਿਰਪਾਲੂ ਸਤਿਗੁਰੂ ਜੀ ਹੁਣ ਜਿਹੜਾ ਹੈ ਮੰਨੋ ਕਿ ਪਿਆਰ ਭਰੇ ਨੈਣਾਂ ਦੇ ਨਾਲ ਵੇਖ ਰਹੇ ਨੇ
ਤੇ ਬਾਬਾ ਮਹਿਤਾ ਕਾਲੂ ਜੀ ਵੀ ਬੜਾ ਲਾਲ ਲਡਾ ਰਹੇ ਹਨ। ਤਾਂ ਦਿਨ ਤੇ ਤਲਵੰਡੀਪੁਰ ਮੈਂ ਮਹਿਮਾ ਕਰਤ ਪਏ ਕਰ ਮੈਂ। ਇਸ ਪ੍ਰਕਾਰ ਦਿਨ ਪ੍ਰਤੀ ਦਿਨ ਹੁਣ ਤਲਵੰਡੀ ਨਗਰ ਦੇ ਵਿੱਚ ਗੁਰੂ ਸਾਹਿਬ ਜੀ ਦੀ ਮਹਿਮਾ ਵਡਿਆਈ ਹੋਣ ਲੱਗੀ ਹੈ। ਪਰਸਪਰ ਮਿਲ ਨਰ ਨਾਰੀ ਸਰਪ ਚਾਉ ਨ੍ਰਿਪ ਨੈਣ ਨਿਹਾਰੀ। ਹੁਣ ਮਰਦ ਇਸਤਰੀ ਆਪਸ ਦੇ ਵਿੱਚ ਜਦੋਂ ਮੰਨੋ ਕਿ ਮਿਲਦੇ ਨੇ, ਮਰਦ ਮਿਲਦੇ, ਇਸਤਰੀਆਂ ਮਿਲਦੀਆਂ ਤੇ ਆਪਸ ਦੇ ਵਿੱਚ ਜਿਹੜਾ ਹੈ ਬੈਠ ਕੇ ਇਹੋ ਹੀ ਗੱਲਾਂ ਕਰਦੀਆਂ ਕਿ ਰਾਜੇ ਨੇ ਭਾਵ ਰਾਏ ਬੁਲਾਰ ਜੀ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੈ ਕਿ ਸੱਪ ਕਿਵੇਂ ਛਾਂ ਕਰ ਰਿਹਾ ਹੈ। ਬਹੁ ਆਦਰ ਕਰ ਕੰਠ ਲਗਾਇਓ ਸਦਨ ਆਨ ਜਸ ਬਦਨ ਅਲਾਇਓ। ਉਹਨਾਂ ਬੜਾ ਆਦਰ ਕੀਤਾ ਹੈ, ਗਲ ਦੇ ਨਾਲ ਵੀ ਲਾਇਆ ਹੈ ਤੇ ਘਰ ਦੇ ਵਿੱਚ ਜਿਹੜਾ ਹੈ ਆ ਕੇ ਫਿਰ ਆਪਣੇ ਮੁਖੋਂ ਵੀ ਕਿਹਾ ਹੈ। ਕਲਾਵਾਨ ਕਾਲੂ ਸੁਤ ਕੋਈ ਪ੍ਰਗਟ ਨਾ ਹੋਤ ਆਪਨ ਪਉ ਗੋਈ। ਇਸ ਪ੍ਰਕਾਰ ਬਾਬਾ ਮਹਿਤਾ ਕਾਲੂ ਜੀ ਦਾ ਪੁੱਤਰ ਕੋਈ ਜਿਹੜਾ ਹੈ ਆਮ ਨਹੀਂ ਹੈ, ਉਹ ਪੀਰ ਪੈਗੰਬਰ ਹੈ ਤੇ ਇਸ ਲਈ ਜਿਹੜਾ ਹੈ ਪਰ ਉਸਨੇ ਜਿਹੜਾ ਹੈ ਆਪਣੇ ਆਪ ਨੂੰ ਅਜੇ ਛੁਪਾ ਕੇ ਰੱਖਿਆ ਹੋਇਆ, ਜਗ ਜ਼ਾਹਰ ਨਹੀਂ ਕੀਤਾ। ਅਸਬਿਤ ਬੀਤੀ ਰੁੱਤ ਬਸੰਤਾ ਚਾਰਤ ਸੁਰਭੀ ਸ਼੍ਰੀ ਜਗਕੰਤਾ। ਇਸ ਪ੍ਰਕਾਰ ਬਸੰਤ ਰੁੱਤ ਜਿਹੜੀ ਹੈ ਉਹ ਬਤੀਤ ਹੋ ਗਈ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਾਈਆਂ ਮੱਝੀਆਂ ਜਿਹੜੀਆਂ ਹਾਲੇ ਉਹ ਚਰਾਉਂਦੇ ਹਨ। ਪੁਨ ਗ੍ਰੀਖ ਅੰਮ੍ਰਿਤ ਕੀਨੋ ਜੋਰਾ ਤਪਤ ਪਈ ਅਤਿਸ਼ੈ ਚਾਉ ਓਰਾ। ਫਿਰ ਗਰਮੀ ਦੀ ਰੁੱਤ ਨੇ ਜਿਹੜਾ ਹੈ ਜੋੜ ਫੜਿਆ ਹੈ, ਚਾਰੇ ਪਾਸੇ ਹੁਣ ਬਹੁਤ ਗਰਮੀ ਜਿਹੜਾ ਹੈ ਛਾਈ ਹੋਈ ਹੈ। ਤਪੈ ਜਿਵ ਮਤਸਰ ਤਾਰੀ ਤਿਉ ਤਪ ਗਈ ਭੂਮ ਕਾ ਸਾਰੀ। ਜਿਵੇਂ ਈਰਖਾਲੂ ਮਨੁੱਖ ਦਾ ਹਿਰਦਾ ਤਪਦਾ ਹੈ ਨਾ, ਕਵੀ ਜੀ ਕਹਿੰਦੇ ਉਦਾਂ ਹੁਣ ਧਰਤੀ ਜਿਹੜੀ ਹੈ ਧੁੱਪ ਦੇ ਨਾਲ ਤਪਦੀ ਹੈ। ਬਹਿਤ ਜ਼ੋਰ ਸੋ ਤਪਤ ਸਮੀਰਾ ਜੋ ਤਾਪੈ ਨਰ ਨਾਰ ਸ਼ਰੀਰਾ। ਬੜੇ ਜ਼ੋਰ ਦੇ ਨਾਲ ਹੁਣ ਤੱਤੀ ਹਵਾ ਲੂ ਚੱਲ ਰਹੀ ਹੈ ਤੇ ਅਸਲ ਦੇ ਵਿੱਚ ਇਹ ਇਸਤਰੀ ਤੇ ਮਰਦਾਂ ਦੇ ਸਰੀਰਾਂ ਨੂੰ ਹੁਣ ਤਪਾਉਂਦੀ ਹੈ। ਜਿਉ ਖਲ ਉਚਰੈ ਬਚਨ ਕੁਢਾਲੀ ਰਿਦਾ ਤਪਾਏ ਦੇਤ ਰਿਸ ਨਾਲੀ। ਜਿਵੇਂ ਮੂਰਖ ਮੰਦੇ ਬਚਨ ਬੋਲਦਾ ਹੈ, ਇਸ ਤਰ੍ਹਾਂ ਗੁੱਸਾ ਵੀ ਹਿਰਦੇ ਵਿੱਚ ਜਿਹੜਾ ਹੈ ਤਪਾ ਦਿੰਦਾ ਹੈ। ਮਾਰ ਤੰਡ ਕੀ ਚੰਡ ਮਰੀਚਾ ਦੁਖੀ ਜੀਵ ਲਗ ਤਾਲਨ ਵੀਚਾ। ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ, ਮਾਰਤੰਡ ਦਾ ਅਰਥ ਹੁੰਦਾ ਹੈ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਬਹੁਤ ਤਿੱਖੀਆਂ ਨੇ ਤੇ ਛੋਟੇ ਜੀਵ ਵਿਚਾਰੇ ਦੁਖੀ ਹੋ ਰਹੇ ਹਨ। ਜਿਉ ਜਗ ਭਗਤ ਹੀਨ ਹੈ ਪ੍ਰਾਨੀ ਜਨਮ ਮਰਨ ਮੈਂ ਨਿਤ ਦੁਖ ਖਾਨੀ। ਜਿਵੇਂ ਇਸ ਜਗਤ ਦੇ ਵਿੱਚ ਭਗਤਹੀਣ ਪ੍ਰਾਣੀ ਹੁੰਦਾ ਹੈ ਨਾ, ਜੋ ਭਗਤੀ ਨਹੀਂ ਕਰਦਾ, ਜਨਮ ਮਰਨ ਦੇ ਦੁੱਖ ਨੂੰ ਝੱਲਦਾ ਰਹਿੰਦਾ ਹੈ, ਮਾਨੋ ਕਿ ਉਸੇ ਪ੍ਰਕਾਰ ਜਿਹੜੇ ਜੀਵ ਜੰਤੂ ਨੇ ਇਹ ਸੰਸਾਰਕ ਧੁੱਪ ਨੂੰ ਚੱਲ ਰਹੇ ਹਨ, ਕਸ਼ਟ ਹੁਣ ਜਿਹੜਾ ਬੜਾ ਝੇਲ ਰਹੇ ਹਨ। ਸੂਕੇ ਜਲ ਕਰ ਦਮ ਬੇਰਾਨੀ ਜਨ ਪ੍ਰੇਮੀ ਉਰ ਸੀਖ ਸਿਖਾਨੀ। ਸਰੋਵਰਾਂ ਦੇ ਵਿੱਚ ਜਲ ਵੀ ਹੁਣ ਜਿਹੜੇ ਪਾਣੀ ਵੀ ਸੁੱਕ ਗਏ ਨੇ, ਹੁਣ ਬਹੁਤ ਜਿਹੜਾ ਹੈ ਮਾਨੋ ਕਿ ਹਰ ਪਾਸੇ ਕਹਿ ਲੋ ਕਿ ਤਪਸ਼ ਦੇ ਨਾਲ, ਗਰਮੀ ਦੇ ਨਾਲ ਹਾਹਾਕਾਰ ਮਚੀ ਹੋਈ ਹੈ। ਸਹਿਤ ਤੂਰ ਬਹੁ ਭ੍ਰਮਤ ਬਗੂਰੇ ਜਿਉ ਮਤ ਭ੍ਰਮਤ ਬਿਨਾ ਗੁਰ ਪੂਰੇ। ਧੂੜ ਦੇ ਨਾਲ ਭਰੇ ਹੋਏ ਵਾਰ ਰੋਲੇ ਵਗਦੇ ਨੇ, ਇਹ ਤੁਹਾਨੂੰ ਪਤਾ ਹੀ ਹੈ, ਗਰਮੀਆਂ ਦੇ ਵਿੱਚ ਹਵਾ ਦੇ ਵਾਵ ਰੋਲੇ ਵਗਦੇ ਨੇ, ਜਿਵੇਂ ਬੁੱਧੀ ਗੁਰੂ ਤੋਂ ਬਗੈਰ ਭਟਕਦੀ ਹੋਵੇ। ਮ੍ਰਿਗ ਤ੍ਰਿਸ਼ਨਾ ਕੋ ਹੀਰੇ ਨੀਰਾ ਦੌਰਤ ਮ੍ਰਿਗ ਨੇ ਪਾਵੇ ਤੀਰਾ। ਜਿਵੇਂ ਅਸਲ ਦੇ ਵਿੱਚ ਮ੍ਰਿਗ ਤ੍ਰਿਸ਼ਨਾ ਭਾਵ ਰੇਤਲੇ ਮੈਦਾਨ ਦੇ ਵਿੱਚ ਜਦੋਂ ਸੂਰਜ ਆਪਣੀਆਂ ਕਿਰਨਾਂ ਪਾਉਂਦਾ ਹੈ ਤੇ ਹਿਰਨ ਨੂੰ ਐਂ ਲੱਗਦਾ ਹੈ ਕਿ ਉੱਥੇ ਪਾਣੀ ਦਾ ਸੋਮਾ ਹੁੰਦਾ ਹੈ, ਵਿਚਾਰਾ ਦੌੜ ਕੇ ਜਾਂਦਾ ਹੈ, ਅੱਗੇ ਕੱਖ ਨਹੀਂ ਮਿਲਦਾ, ਫਿਰ ਅੱਗੇ ਦੇਖਦਾ, ਉਹਨੂੰ ਦਿਖਦਾ, ਫਿਰ ਜਾਂਦਾ ਹੈ, ਭਾਵੇਂ ਤਾਂ ਭਟਕਦਾ ਹੀ ਜਿਹੜਾ ਹੈ ਉਹ ਮਰ ਜਾਂਦਾ ਹੈ। ਨਾਦ ਅਸਲ ਦੇ ਵਿੱਚ ਇੱਥੇ ਕਵੀ ਜੀ ਕਹਿੰਦੇ ਦੌਰਤ ਮ੍ਰਿਗ ਨਹਿ ਪਾਵੇਂ ਧੀਰਾ,
ਜਿਵੇਂ ਇੱਕ ਮਿਰਗ ਹਿਰਨ ਦੌੜਦਾ ਦੌੜਦਾ ਉਹਨੂੰ ਧੀਰਜ ਨਹੀਂ ਪ੍ਰਾਪਤ ਹੁੰਦੀ, ਵਿਚਾਰਾ ਮਰ ਜਾਂਦਾ ਹੈ, ਉਸੇ ਪ੍ਰਕਾਰ ਗਰਮੀ ਦੀ ਰੁੱਤ ਆਈ ਹੈ। ਕਵੀ ਜੀ ਕਹਿੰਦੇ ਇਹੋ ਜਿਹਾ ਮਾਹੌਲ ਬਣਿਆ ਹੋਇਆ ਹੈ, ਹਰ ਪਾਸੇ ਹਰ ਕੋਈ ਵਿਆਕੁਲ ਹੈ। ਜਿਉ ਮਨ ਵਿਖੇ ਸੁਖਨ ਹਿਤਤਾਈ, ਤ੍ਰਿਪਤ ਨ ਹੋਤ ਨ ਥਿਰਤਾ ਪਾਈ। ਜਿਵੇਂ ਮਨ ਸੁੱਖਾਂ ਵਾਸਤੇ ਦੌੜਦਾ ਹੈ ਪਰ ਕਦੀ ਜਿਹੜਾ ਹੈ ਤ੍ਰਿਪਤ ਨਹੀਂ ਹੁੰਦਾ, ਨਾ ਮਨ ਦੇ ਵਿੱਚ ਟਿਕਾਓ ਆਉਂਦਾ ਹੈ। ਪਸ਼ ਪੰਛੀ ਹੀਰੇ ਤਰ ਛਾਇਆ, ਬੈਸੈ ਤਪ ਤੇ ਸੁਖ ਪਾਇਆ। ਪਸ਼ੂ ਪੰਛੀ ਵੀ ਹੁਣ ਰੁੱਖਾਂ ਦੀ ਛਾਂ ਭਾਲਦੇ ਨੇ, ਬੈਠਦੇ ਨੇ ਛਾਂ ਦੇ ਵਿੱਚ ਤੇ ਗਰਮੀ ਤੋਂ ਛੁਟਕਾਰਾ ਪਾ ਲੈਂਦੇ ਹਨ। ਬਹੁਤ ਜਗਤ ਦੁਖ ਤੇ ਜਗਿਆਸੀ, ਜੋ ਮਿਲ ਸਤ ਸੰਗਤ ਸੁਖ ਰਾਸੀ। ਸਾਰਾ ਜਗਤ ਦੁੱਖਾਂ ਦੇ ਨਾਲ ਭਰਿਆ ਹੋਇਆ ਹੈ, ਪਰ ਜਦੋਂ ਸਤ ਸੰਗਤ ਦੇ ਵਿੱਚ ਆਉਂਦਾ ਹੈ ਸੰਸਾਰ ਮਨੁੱਖ, ਫਿਰ ਸਾਰੇ ਸੁੱਖ ਜਿਹੜੇ ਨੇ ਸਤ ਸੰਗਤ ਦੇ ਵਿੱਚ ਮਿਲ ਜਾਂਦੇ ਹਨ। ਪਾਵੇ ਬਹੁ ਸ਼ੀਤਲਤਾ ਪਾਣੀ, ਪਾਗ ਜਗੇ ਜਿਉ ਗੁਰ ਕੀ ਬਾਣੀ। ਠੰਡਾ ਪਾਣੀ ਚੰਗਾ ਲੱਗਦਾ ਹੈ ਹੁਣ, ਜਿਵੇਂ ਗੁਰੂ ਕੀ ਬਾਣੀ ਪੜਨ ਦੇ ਨਾਲ ਭਾਗ ਜਾਗ ਜਾਂਦੇ ਹਨ। ਅਸ ਗ੍ਰੀਖਮ ਮੈਂ ਸ਼੍ਰੀ ਜਗ ਸਾਈ, ਵਿਚਰਤ ਲੀਲਾ ਕਰਤ ਸੁਹਾਈ। ਅਜਿਹੀ ਗਰਮੀ ਦੇ ਵਿੱਚ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਿਚਰ ਰਹੇ ਨੇ ਤੇ ਬਾਲ ਲੀਲਾਵਾਂ ਕਰ ਰਹੇ ਹਨ। ਜੇ ਤਰਵਰ ਛਾਇਆ ਰਮਣੀ ਕੀ, ਤੈ ਚਾਰਤ ਸੁਰਬੀ ਬਿਦਨੀ। ਜਿੱਥੇ ਦਰਖਤਾਂ ਦੀ ਛਾਂ ਸੁੰਦਰ ਹੁੰਦੀ, ਸੰਘਣੀ ਹੁੰਦੀ, ਗੁਰੂ ਸਾਹਿਬ ਜੀ ਉੱਥੇ ਮੱਝਾਂ ਨੂੰ ਚਾਰ ਲੈਂਦੇ, ਉੱਥੇ ਵਿਸ਼ਰਾਮ ਕਰਦੇ, ਉੱਥੇ ਬੈਠਦੇ ਹਨ। ਜੈ ਸੁੰਦਰ ਜਲ ਸੀਤਲ ਸਾਲੀ, ਤੈ ਖੇਲੇ ਬਾਲਕ ਮਿਲ ਨਾਈ। ਜਿੱਥੇ ਪਾਣੀ ਠੰਡਾ ਮਿਲੇ ਉੱਥੇ ਜਿਹੜਾ ਹੈ ਗੁਰੂ ਸਾਹਿਬ ਜੀ ਤੇ ਨਾਲ ਹੋਰ ਵੀ ਜਿਹੜੇ ਪਿੰਡ ਦੇ ਬਾਲਕ ਨੇ, ਬੱਚੇ ਨੇ, ਫਿਰ ਆਪਸ ਦੇ ਵਿੱਚ ਰਲ ਮਿਲ ਕੇ ਇਕੱਠੇ ਖੇਡਦੇ, ਉੱਥੇ ਇਕੱਠੇ ਜਿਹੜਾ ਬਹਿੰਦੇ ਹਨ। ਸਭ ਬਾਸੁਰ ਬਨ ਬੀਚ ਨਿਹਾਰੈ, ਬਿਹਾਰੈ ਆਵੇ ਰਜਨੀ ਸਦਨ ਗੁਜਾਰੈ। ਸਾਰਾ ਦਿਨ ਜੰਗਲ ਦੇ ਵਿੱਚ ਬਤੀਤ ਕਰਦੇ ਨੇ, ਰਹਿੰਦੇ ਨੇ, ਤੇ ਰਾਤ ਪੈਣ ਲੱਗਦੀ ਹੈ ਤੇ ਸ਼ਾਮਾਂ ਨੂੰ ਘਰ ਪਰਤ ਆਉਂਦੇ ਹਨ। ਗੋਖੁਰ ਤੂਰ ਬਦਨ ਪਰ ਲਾਗਾ, ਜਨ ਪੰਕਜ ਪਰ ਸ਼ੁਭਤ ਪਰਾਗਾ। ਅਸਲ ਦੇ ਵਿੱਚ ਫਿਰ ਗਊਆਂ ਦੇ ਪੈਰਾਂ ਦੀ, ਮੱਝਾਂ ਦੇ ਪੈਰਾਂ ਦੀ ਜਿਹੜੀ ਧੂੜ ਉੱਡਦੀ ਹੈ ਸਰੀਰ ਨੂੰ ਲੱਗਦੀ ਹੈ। ਤੇ ਇਸ ਪ੍ਰਕਾਰ ਮਾਨੋ ਕਿ ਗੁਰੂ ਸਾਹਿਬ ਜੀ ਤਲਵੰਡੀ ਵਿਖੇ ਜਿਹੜਾ ਹੈ ਬਖਸ਼ਿਸ਼ਾਂ ਕਰ ਰਹੇ ਨੇ ਤੇ ਬਾਲ ਅਵਸਥਾ ਵਿੱਚ ਜੋ ਪਰਉਪਕਾਰ ਕਰ ਰਹੇ ਹਨ। ਅੰਕ ਬਸਾਏ ਮਾਤ ਬਲ ਜਾਈ, ਬਦਨ ਪਹੁੰਚ ਦੇਖੈ ਹਿਤ ਲਾਈ। ਮਾਤਾ ਜੀ ਜਦੋਂ ਸ਼ਾਮ ਨੂੰ ਤੱਕਦੇ ਨੇ ਆਪਣੇ ਬੱਚੇ ਨੂੰ, ਬੜੇ ਪਿਆਰ ਦੇ ਨਾਲ ਆਪਣੀ ਗੋਦ ਦੇ ਵਿੱਚ ਬਿਠਾ ਲੈਂਦੇ ਨੇ, ਤੱਕਦੇ ਰਹਿੰਦੇ ਨੇ, ਬਲਿਹਾਰੇ ਜਾਂਦੇ ਨੇ ਤੇ ਮੁਖੜਾ ਸਾਫ਼ ਕਰਕੇ ਬੜਾ ਪਿਆਰ ਕਰਦੇ ਹਨ। ਕਰਤ ਦੁਲਾਰ ਸੰਗ ਪ੍ਰੇਬਾਨੀ, ਤਾਤ ਨ ਕੀਜੈ ਅਬ ਬਨ ਜਾਨੀ। ਹੁਣ ਕੀ ਕਹਿੰਦੇ ਨੇ ਮਾਤਾ ਜੀ? ਪਿਆਰ ਕਰਦੇ ਨੇ, ਦੁਲਾਰ ਕਰਕੇ ਕਹਿੰਦੇ ਨੇ, ਪੁੱਤਰ ਜੰਗਲ ਦੇ ਵਿੱਚ ਤੂੰ ਮੱਝਾਂ ਚਾਰਨ ਨਾ ਜਾਇਆ ਕਰ, ਨਾ ਜਾਇਆ ਕਰ। ਆਤਪ ਲਗੀ ਅੰਕ ਕੇ ਸੰਗਾ, ਸ਼ੁਭ ਰੰਗੇ ਤੇ ਪਇਓ ਕੁਰੰਗਾ। ਇਸ ਪ੍ਰਕਾਰ ਤੇਰੇ ਅੰਗਾਂ ਨੂੰ ਜਿਹੜਾ ਹੈ ਨਾ, ਸਰੀਰ ਨੂੰ ਧੁੱਪ ਬੜੀ ਹੋਣ ਲੱਗਦੀ ਹੈ, ਕਿਉਂਕਿ ਬੜੀ ਲੂ ਚੱਲ ਰਹੀ ਹੈ। ਤੇਰਾ ਗੋਰਾ ਜਿਹੜਾ ਹੈ ਰੰਗ ਹੈ ਉਹ ਕਾਲਾ ਪੈ ਜਾਏਗਾ। ਜੇ ਮਾਂ ਬੱਚੇ ਨੂੰ ਕਹਿੰਦੀ ਹੈ, ਮਾਂ ਦਾ ਹਿਰਦਾ ਹੈ ਉਹ ਆਪਣੇ ਬੱਚੇ ਨੂੰ ਕਹਿ ਰਹੀ ਹੈ, ਬੱਚੇ ਨਾ ਜਾਇਆ ਕਰ, ਗਰਮੀ ਬੜੀ ਹੈ। ਸਰੀਰ ਜਿਹੜਾ ਹੈ ਤੇਰਾ ਅੰਗ ਗੋਰੇ ਨੇ, ਉਹ ਤਪਸ਼ ਦੇ ਨਾਲ ਕਾਲੇ ਪੈ ਜਾਣਗੇ। ਬਨ ਵਿਚਰਤ ਪੇ ਦੁਰਬਲ ਅੰਗਾ, ਪੁਰ ਮੈਂ ਖੇਲੋ ਸੰਗ ਉਮੰਗਾ। ਆ ਵੇਖਾਂ ਤੂੰ ਜੰਗਲ ਵਿੱਚ ਹੁਣ ਜਾਣਾ ਹੈ ਤੇ ਖੇਡਦਾ ਮਲਦਾ ਹੈ ਬੱਚਿਆਂ ਦੇ ਨਾਲ, ਤੇ ਤੇਰਾ ਸਰੀਰ ਕਮਜ਼ੋਰ ਹੋ ਗਿਆ। ਤੇ ਹੁਣ ਜਿਹੜਾ ਹੈ ਨਗਰ ਵਿੱਚ ਰਹਿ ਕੇ ਬੜੇ ਚਾਅ ਉਤਸ਼ਾਹ ਦੇ ਨਾਲ ਖੇਡਿਆ ਕਰ, ਬਾਹਰ ਨਾ ਜਾਇਆ ਕਰ। ਸਭ ਦਿਨ ਬਨ ਮੈਂ ਕਰੋ ਗੁਜਾਰਨ, ਤਰਸਤ ਲੋਚਨ ਦਰਸ਼ਨ ਕਾਰਨ। ਸਾਰਾ ਦਿਨ ਤੇ ਜੰਗਲ ਵਿੱਚ ਤੁਸੀਂ ਬਤੀਤ ਕਰ ਆਉਂਦੇ ਹੋ ਤੇ ਮੇਰੀਆਂ ਅੱਖੀਆਂ ਤੁਹਾਨੂੰ ਵੇਖਣ ਵਾਸਤੇ ਤਰਸਦੀਆਂ ਨੇ।
तिस लई ना जाया करो पुत्र जी। जावे दास जिसुर विचारन तुम कर रहिए बिरह बिदारन। मैं आपे कह दियांगी तुहाडे पिता जी कि ਜਿਹੜੇ ਸਾਡੇ ਰੱਖੇ ਹੋਏ ਨੇ ਨਾ ਦਾਸ ਨੌਕਰ, ਉਹੀ ਸੁਰਬੀ ਦਾ ਅਰਥ ਗਾਈਆਂ, ਗਾਵਾਂ ਮੱਝਾਂ ਜਣੀਆਂ ਲੈ ਕੇ ਜਾਣਗੇ ਤੇ ਉਹੀ ਚਰਾ ਕੇ ਲਿਆਉਣਗੇ। ਤੁਸੀਂ ਨਾ ਹੁਣ ਜਾਇਓ। ਕਰ ਦੁਲਾਰ ਬਹੁ ਸੁਤ ਬੈਸਾਇਓ ਚਲ ਤਤ ਕਾਲੇ ਕਾਲ ਆਏ। ਹੁਣ ਮਾਂ ਇੱਕ ਪਾਸੇ ਲਾਲ ਲਡਾ ਰਹੀ ਹੈ ਤੇ ਇਹ ਬਚਨ ਕਹਿ ਰਹੀ ਹੈ ਤੇ ਉਸੇ ਵੇਲੇ ਬਾਬਾ ਮਹਿਤਾ ਕਾਲੂ ਜੀ ਆਏ ਹਨ। ਪਤ ਸੋ ਕਹਿਤ ਏਕ ਹਮ ਤਾਤਾ ਸੋ ਕੀਨੋ ਸੁਰਬੀ ਕੋ ਤਰਾਤਾ। ਹੁਣ ਜਿਵੇਂ ਜਿਹੜਾ ਹੈ ਪਤਨੀ ਪਤੀ ਨੂੰ ਕਹਿੰਦੀ ਆਪਣੇ ਪੁੱਤਰ ਵਾਸਤੇ ਕਿ ਸੁਣੋ ਜੀ, ਸਾਡਾ ਤੇ ਪੁੱਤਰ ਜਿਹੜਾ ਇੱਕ ਹੈ ਉਹ ਵੀ ਤੁਸੀਂ ਬਾਗੀ ਬਣਾਤਾ, ਉਹ ਵੀ ਜਿਹੜਾ ਹੈ ਤੁਸੀਂ ਅਸਲ ਦੇ ਵਿੱਚ ਮੱਝਾਂ ਗਾਵਾਂ ਦੇ ਪਿੱਛੇ ਤੋਰ ਦਿੱਤਾ। ਪੁੱਤਰ ਇੱਕੋ ਇੱਕ ਹੈ ਤੇ ਉਹਦੀ ਵੀ ਆਪਾਂ ਕੋਈ ਸੰਭਾਲ ਨਹੀਂ ਕਰਦੇ। ਸਭ ਬਾਸੁਰ ਬਨ ਬੀਚ ਬਿਹਾਰੂ ਕੁਮਲਾਵਤ ਕਮਲਾਨਨ ਚਾਰੂ। ਆ ਵੇਖੋ ਇਹਨਾਂ ਦੇ ਅੰਗ, ਸਰੀਰ ਦੇਖੋ ਕਿੰਨਾ ਕਮਜ਼ੋਰ ਹੋ ਗਿਆ ਹੈ। ਇੰਨੀ ਧੁੱਪ ਪੈਂਦੀ ਹੈ, ਤਪਸ਼ ਪੈਂਦੀ ਹੈ, ਲੂ ਚੱਲਦੀ ਹੈ, ਸਾਰਾ ਦਿਨ ਸਾਡਾ ਬੱਚਾ ਮੱਝਾਂ ਗਾਵਾਂ ਪਿੱਛੇ ਦੌੜਦਾ ਹੈ, ਜੰਗਲ ਵਿੱਚ ਰਹਿੰਦਾ ਹੈ। ਤੇ ਆਹ ਵੇਖੋ ਕਮਲ ਵਰਗਾ ਫੁੱਲ ਜਿਹੜਾ ਹੈ ਨਾ, ਜਿਵੇਂ ਕਮਲ ਦਾ ਫੁੱਲ ਹੁੰਦਾ ਹੈ ਤੇ ਉੱਦਾਂ ਦਾ ਮੁਖੜਾ ਸੀ ਖਿੜਿਆ ਹੋਇਆ, ਤੇ ਹੁਣ ਵੇਖੋ ਮੁਰਝਾ ਗਿਆ ਹੈ। ਤੁਸੀਂ ਥੋੜਾ ਖਿਆਲ ਕਰੋ। ਅਬ ਨ ਭੇਜੀਏ ਸੁਰ ਵੀ ਸੰਗਾ ਹੋਏਗੇ ਦੁਰਬਲ ਮ੍ਰਿਦੁਲ ਸੁਅੰਗ। ਇਸ ਲਈ ਜਿਹੜਾ ਹੈ ਮੈਂ ਤੁਹਾਨੂੰ ਕਹਿੰਦੀ ਆ, ਸਾਡੇ ਬੱਚੇ ਨੂੰ ਜਿਹੜਾ ਹੈ ਨਾ ਤੁਸੀਂ ਹੁਣ ਮੱਝਾਂ ਗਾਵਾਂ ਚਾਰਨ ਵਾਸਤੇ ਨਾ ਭੇਜਿਓ, ਨਹੀਂ ਤੇ ਇਹਨਾਂ ਦਾ ਕੋਮਲ ਸਰੀਰ ਜਿਹੜਾ ਹੈ ਨਾ ਉਹ ਬਹੁਤ ਕਮਜ਼ੋਰ ਹੋ ਜਾਏਗਾ। ਮੇਰੀ ਗੱਲ ਮੰਨਣਾ ਕਰੋ। ਜਬ ਦੰਪਤ ਸਮਝੇ ਅਸ ਰੀਤੀ ਬਧੀ ਪੁੱਤਰ ਸੋ ਪਾਵਨ ਪ੍ਰੀਤੀ। ਹੁਣ ਪਤਨੀ ਨੇ ਸਮਝਾਇਆ, ਭਾਵ ਮਾਤਾ ਤ੍ਰਿਪਤਾ ਜੀ ਨੇ ਸਮਝਾਇਆ ਹੈ। ਬਾਬਾ ਮਹਿਤਾ ਕਾਲੂ ਜੀ ਕਹਿੰਦੇ ਠੀਕ ਹੈ, ਤੁਸੀਂ ਜਿਵੇਂ ਕਹਿੰਦੇ ਹੋ ਠੀਕ ਹੈ। ਬਹੁਰ ਨ ਬਨ ਮੈਂ ਪਠ ਬਨ ਕੀਨਾ ਕਰ ਰਖ ਮਾਤ ਪਿਤਾ ਸੁਖ ਲੀਨਾ। ਹੁਣ ਨਹੀਂ ਜਾਏਗਾ ਸਾਡਾ ਪੁੱਤਰ, ਤੁਸੀਂ ਕਹਿਤਾ ਹੈ ਤੇ ਠੀਕ ਹੈ, ਤੇ ਹੁਣ ਨੌਕਰ ਚੱਲ ਜਾਇਆ ਕਰੇਗਾ ਜੋ ਆਪਣੇ ਕੋਲ ਨੇ, ਆਪਾਂ ਉਹਨਾਂ ਨੂੰ ਭੇਜ ਦਿਆ ਕਰਾਂਗੇ। ਤੇ ਹੁਣ ਤੁਸੀਂ ਇਹਨਾਂ ਨੂੰ ਆਪਣੇ ਕੋਲ ਰੱਖੋ, ਇੱਥੇ ਹੀ ਖੇਡੇਗਾ, ਇੱਥੇ ਸਭ ਕੁਝ ਹੈ, ਆਪਾਂ ਹੁਣ ਇਹਨੂੰ ਬਾਹਰ ਨਹੀਂ ਭੇਜਣਾ। ਦੋਹਰਾ ਸੁਖ ਸਾਗਰ ਨਾਗਰ ਗੁਰੂ ਜਗਤ ਉਜਾਗਰ ਰੂਪ करने भगत प्रकाश को बृहदत देह अनूप। ਕਵੀ ਜੀ ਕਹਿੰਦੇ ਨੇ ਸੁੱਖਾਂ ਦੇ ਸਮੁੰਦਰ ਜਗਤ ਗੁਰੂ ਭਗਤੀ ਪ੍ਰਗਟ ਕਰਨ ਵਾਲੇ ਉਪਮਾ ਰਹਿਤ ਸਤਿਗੁਰੂ ਜੀ ਨੇ ਆਪਣਾ ਸਰੀਰ ਵਧਾਇਆ ਹੈ। ਭਾਵ ਹੁਣ ਜਿਹੜਾ ਸਰੀਰ ਵਧੇ ਪਿਆ ਹੈ, ਆਕਾਰ ਦੇ ਵਿੱਚ ਵੱਡੇ ਹੋਏ ਨੇ, ਤੇ ਇਸ ਪ੍ਰਕਾਰ ਮਾਲਕ ਜੀ ਹੁਣ ਅਗਲਾ ਜਿਹੜਾ ਕੌਤਕ ਖੇਤ ਬੀਜਣਾ ਹੈ, ਤੇ ਇੱਕ ਦਰਖਤ ਦੀ ਛਾਂ ਜਿਵੇਂ ਇਹ ਤੇ ਟਲ ਗਈ ਸੀ, ਘੁੰਮ ਗਈ ਸੀ, ਤੇ ਬਖਸ਼ਿਸ਼ ਇਹੋ ਜਿਹੀ ਹੋਏਗੀ ਕਿ ਉਹ ਛਾਂ ਜਿਹੜੀ ਹੈ ਜਿਸ ਜਗ੍ਹਾ ਤੇ ਮਾਲਕ ਪੈਣਗੇ ਆਰਾਮ ਕਰਨਗੇ ਉੱਥੇ ਟਿਕੀ ਰਹੇਗੀ। ਕਿਉਂਕਿ ਦਰਖਤ ਦਾ ਸੁਭਾਅ ਇਹ ਹੈ ਕਿ ਸੂਰਜ ਜਿਸ ਦਿਸ਼ਾ ਦੇ ਵਿੱਚ ਘੁੰਮਦਾ ਹੈ ਤੇ ਛਾਂ ਵੀ ਜਿਹੜਾ ਹੈ ਆਪਣੀ ਦਿਸ਼ਾ ਬਦਲ ਲੈਂਦੀ ਹੈ ਦਰਖਤ ਦੀ। ਪਰ ਹੋਏਗਾ ਕਿ ਕੌਤਕ ਇਹ ਵਰਤੇਗਾ ਕਿ ਮਾਲਕ ਜਿਸ ਜਗ੍ਹਾ ਤੇ ਵਿਸ਼ਰਾਮ ਕਰਨਗੇ, ਅਸਲ ਦੇ ਵਿੱਚ ਉਹ ਜਿਹੜੀ ਜਗ੍ਹਾ ਜਿੱਥੇ ਛਾਂ ਹੋਏਗੀ, ਸੂਰਜ ਭਾਵੇਂ ਘੁੰਮੇਗਾ ਪਰ ਛਾਂ ਉੱਥੇ ਹੀ ਟਿਕੀ ਰਹੇਗੀ। ਤੇ ਕਿਵੇਂ ਜਿਹੜਾ ਹੈ ਬਖਸ਼ਿਸ਼ਾਂ ਹੋਣਗੀਆਂ ਤੇ ਕਿਵੇਂ ਮਾਲਕ ਜੀ ਪਰਉਪਕਾਰ ਕਰਨਗੇ, ਅਗਲੇ ਅਧਿਆਏ ਦੇ ਵਿੱਚ, ਅਧਿਆਏ 12ਵਾਂ। ਸੋ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸ਼ੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ, ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਕੇ ਸਦਾ ਵਿਵੇਕ,
हे अपरंपर हर हरे भी हो बनहार हे संता कै सदा संग धारा आधार हे ठाकुर हों दासरो मैं निर्गुण गुण नहीं को नानक दीजै नाम दान राखो हिय परो आए प्रभु शरणागति कृपा नित दयाल एक अखर हर मन बसत नानक होत निहाल आए प्रभु शरणागति कृपा नित दयाल एक अखर हर मन बसत नानक होत निहाल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।